ਦੋਸਤੋ ਤੁਹਾਡਾ ਬੱਚਾ 21 ਸਾਲ ਤੋਂ ਉੱਤੇ ਹੋ ਗਿਆ ਹੁਣ ਤੁਸੀਂ ਸਮਝਦੇ ਹੋ ਕਿ ਇਹ ਬੱਚਾ ਸਾਡੇ ਨਾਲ ਅਮਰੀਕਾ ਨਹੀਂ ਜਾ ਸਕਦਾ, ਇਹਦਾ ਕੇਸ ਤੇ ਖਤਮ ਹੋ ਗਿਆ। ਨਹੀਂ, ਇਹ ਬਿਲਕੁਲ ਐਸੀ ਗੱਲ ਨਹੀਂ। ਉਸ ਬੱਚੇ ਨੂੰ ਨਾਲ ਲਿਜਾਣ ਵਾਸਤੇ ਇੱਕ ਕਾਨੂੰਨ ਹੈ। ਅੱਜ ਉਹ ਕਾਨੂੰਨ ਸਾਦਾ ਲਫ਼ਜ਼ਾਂ 'ਚ ਤੁਹਾਨੂੰ ਸਾਰਾ ਡਿਟੇਲ ਨਾਲ ਸਮਝਾਵਾਂਗਾ, ਨਾਲ ਤੁਹਾਨੂੰ ਇੱਕ ਟਿਪ ਦੇਵਾਂਗਾ ਤਾਂ ਕਿ ਤੁਹਾਨੂੰ ਇਸ ਤੋਂ ਬਾਅਦ ਕਿਸੇ ਕੋਲੋਂ ਪੁੱਛਣ ਦੀ ਜ਼ਰੂਰਤ ਹੀ ਨਾ ਰਹੇ, ਤੁਹਾਡੀ ਟੈਨਸ਼ਨ ਵੀ ਖਤਮ ਹੋ ਜਾਏ। ਤੇ ਦੋਸਤੋ, ਅਗਰ ਤੁਹਾਡਾ ਬੱਚਾ 21 ਸਾਲ ਤੋਂ ਉੱਤੇ ਹੋ ਗਿਆ ਤੇ ਇੱਕ ਕਾਨੂੰਨ ਹੈ ਜਿਹਦਾ ਨਾਂ ਹੈ, ਇੱਕ ਹੱਲ ਕਹਿ ਲਓ ਤੁਸੀਂ, CSPA ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ। ਇਹ ਜਿਹੜਾ ਹੱਲ ਹੈ ਜਾਂ ਕਾਨੂੰਨ ਹੈ, ਇਹ ਤੁਹਾਨੂੰ ਅਮਰੀਕਨ ਗਵਰਨਮੈਂਟ ਨੇ, ਅਮਰੀਕਨ ਇਮੀਗ੍ਰੇਸ਼ਨ ਨੇ ਦਿੱਤਾ ਹੈ। ਇਸ ਕਾਨੂੰਨ ਵਾਸਤੇ ਇੱਕ ਫਾਰਮੂਲਾ ਹੈ। ਹੁਣ ਉਹ ਫਾਰਮੂਲਾ ਸੁਣ ਲਓ। ਫਾਰਮੂਲਾ ਹੈ ਵੇ ਕਿ ਜਿਸ ਦਿਨ ਤੁਹਾਡੀ ਪਟੀਸ਼ਨ ਜਮ੍ਹਾਂ ਹੋਈ, I-130 ਤੁਹਾਡੀ ਫੈਮਿਲੀ ਭੈਣ ਭਰਾ ਜਿਹਨੇ ਵੀ ਜਮ੍ਹਾਂ ਕਰਾਈਏ ਉਹ ਜਮ੍ਹਾਂ ਕਰਵਾਈ, ਔਰ ਜਿਸ ਦਿਨ ਉਹ ਅਪਰੂਵ ਹੋਈ। ਹੁਣ ਇਹਦੇ ਵਿੱਚ ਸੁਣ ਲਓ, ਕਿਉਂਕਿ ਤੁਸੀਂ ਮੇਰੇ ਨਾਲ ਰਾਬਤਾ ਹਰ ਵਕਤ ਕਰਦੇ ਹੋ, ਮੈਨੂੰ ਦੱਸਦੇ ਹੋ ਜੀ ਇਹ ਲੈਟਰ ਆਇਆ ਸੀ, ਇਹ ਲੈਟਰ ਆਇਆ ਸੀ। ਤੁਹਾਡੇ ਸਵਾਲਾਂ ਦੀ ਬੁਨਿਆਦ 'ਤੇ ਮੈਂ ਤੁਹਾਡੀ ਕਨਫਿਊਜ਼ਨ ਵੀ ਦੂਰ ਕਰਦਾ। ਜਿਹੜਾ ਤੁਹਾਨੂੰ ਇੱਕ ਐਕਨੋਲੇਜਮੈਂਟ ਦੀ ਰਸੀਦ ਆਉਂਦੀ ਹੈ ਨਾ I-797, ਉਹ ਪਹਿਲੇ I-797 ਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਕੇਸ ਸਾਨੂੰ ਮਿਲ ਗਿਆ, ਉਹਦਾ ਅਪਰੂਵਲ ਨਾਲ ਕੋਈ ਤਾਲੁਕ ਨਹੀਂ। ਬਿਲਕੁਲ ਸੋਚਣਾ ਵੀ ਨਾ, ਉਹ ਮਹੀਨੇ ਬਾਅਦ ਆਉਂਦੀ, 15 ਦਿਨ ਬਾਅਦ ਆਉਂਦੀ, ਉਹਨੂੰ ਭੁੱਲ ਜਾਓ, ਉਹਦਾ ਕੋਈ ਤਾਲੁਕ ਨਹੀਂ। ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਲੈਟਰ ਵੀ ਵਿਚਕਾਰ ਆ ਜਾਂਦਾ ਹੈ, ਅਸੀਂ ਤੁਹਾਡਾ ਕੇਸ ਜਨਾਬ ਇਸ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਤਾ ਤੇ ਇਹ ਹੁਣ ਤੁਹਾਡਾ ਨਵਾਂ ਰਸੀਦ ਨੰਬਰ ਹੈ। ਕੋਈ ਟੈਨਸ਼ਨ ਨਹੀਂ, ਉਹ ਉਹਨਾਂ ਦਾ ਨਾਰਮਲ ਕੰਮ ਹੈ, ਲੇਕਿਨ ਉਹਦਾ ਅਪਰੂਵਲ ਨਾਲ ਕੋਈ ਤਾਲੁਕ ਨਹੀਂ, ਨਾ ਇਸ ਫਾਰਮੂਲੇ ਨਾਲ ਕੋਈ ਤਾਲੁਕ ਹੈ। ਫਾਰਮੂਲੇ ਨਾਲ ਤਾਲੁਕ ਹੈ ਜਿਸ ਦਿਨ ਤੁਹਾਨੂੰ ਲੈਟਰ ਆਣਾ ਤੁਹਾਡੀ ਫੈਮਿਲੀ ਨੂੰ, ਜਾਂ ਤੁਹਾਨੂੰ ਜੋ ਵੀ ਤੁਸੀਂ ਸਿਸਟਮ ਰੱਖਿਆ ਹੈ ਕਿ ਬਈ ਅਸੀਂ ਤੁਹਾਡੀ ਪਟੀਸ਼ਨ ਅਪਰੂਵ ਕਰ ਲਈਏ, ਅਪਰੂਵ ਦਾ ਲਫ਼ਜ਼ ਲਿਖਿਆ ਹੋਏਗਾ ਨਾਲ। ਹੁਣ ਕੀ ਕਰ ਰਹੇ ਆ, ਸਾਡੇ ਕੋਲੋਂ ਵੀਜ਼ਾ ਨੰਬਰ ਅਵੇਲੇਬਲ ਨਹੀਂ, ਜਦੋਂ ਅਵੇਲੇਬਲ ਹੋਏਗਾ ਤੁਹਾਡੇ ਨਾਲ ਅਸੀਂ ਰਾਬਤਾ ਕਰਾਂਗੇ। ਬਸ ਇਹ ਵੇ ਉਹ ਲੈਟਰ। ਹੁਣ ਇਹ ਡੇਟ ਤੇ ਉਹ ਡੇਟ ਦੇਖਣੀ ਹੈ ਕਿਹੜੀ ਹੈ, ਫਾਰਮੂਲੇ ਨਾਲ ਮਿਸਾਲ ਨਾਲ ਵੀ ਸਮਝਾਣਾ। ਉਹਦੇ ਚੋਂ ਜਨਾਬ ਉਹ ਸਾਰਾ ਟਾਈਮ ਕੱਢ ਲੈਣਾ, ਉਹ ਟਾਈਮ ਤੁਹਾਡੇ ਬੱਚੇ ਦੀ ਉਮਰ ਚੋਂ ਮਾਈਨਸ ਹੋ ਜਾਏਗਾ। ਹੁਣ ਮਿਸਾਲ ਸੁਣੋ, ਪਟੀਸ਼ਨ ਜਮ੍ਹਾਂ ਹੋਈ ਹੈ 2020 ਦੇ ਵਿੱਚ, ਅਪਰੂਵ ਹੋਈ ਹੈ 2022 ਦੇ ਵਿੱਚ, ਬੱਚੇ ਦੀ ਉਮਰ ਹੈ 23 ਸਾਲ। ਠੀਕ ਹੈ ਜੀ, 2 ਸਾਲ ਹੁਣ ਬੱਚੇ ਦੀ ਉਮਰ ਚੋਂ ਕੱਢਣੇ ਨੇ। ਹੁਣ ਯਾਦ ਰੱਖੋ, ਪੂਰਾ 21 ਸਾਲ ਵੀ ਨਹੀਂ ਹੋਣਾ ਚਾਹੀਦਾ। ਮੇਰੇ ਕੋਲ ਐਸੇ ਕੇਸ ਆਏ ਨੇ ਜਿਹਦੇ 'ਚ ਇੱਕ ਹਫ਼ਤਾ ਉੱਤੇ ਵੀ ਤੋੜਾ ਗਿਆ, ਨਹੀਂ ਮਹੀਨਾ ਉੱਤੇ ਵੀ ਨਹੀਂ, ਅਸੀਂ ਨਹੀਂ ਦੇਣਾ। ਕਾਨੂੰਨ ਹੈ 21 ਸਾਲ ਤੋਂ ਥੱਲੇ ਹੋਣਾ ਚਾਹੀਦਾ। ਅਗਰ 21 ਸਾਲ ਤੋਂ ਥੱਲੇ ਹੋਏਗਾ ਤੇ ਉਹ ਮਿਲ ਜਾਏਗਾ। ਹੁਣ ਇਹਦੇ 'ਚ ਇੱਕ ਗੱਲ ਯਾਦ ਰੱਖਣਾ, ਐਕਸੈਪਸ਼ਨਸ ਵੀ ਮਿਲਦੀਆਂ ਨੇ। ਇਹ ਵੀਜ਼ਾ ਅਫਸਰ ਤੇ ਵੀ ਡਿਪੈਂਡ ਹੁੰਦਾ, ਕਈ ਦਫਾ ਕਹਿੰਦਾ ਚੱਲ ਯਾਰ 2 ਦਿਨ ਉੱਤੇ, 5 ਦਿਨ ਉੱਤੇ, 10 ਦਿਨ ਉੱਤੇ ਦੇ ਦਿਓ, ਲੇਕਿਨ ਜੋ ਹਾਲਾਤ ਚੱਲ ਰਹੇ ਨੇ ਇਹਦੇ 'ਚ ਐਕਸੈਪਸ਼ਨ ਦੀ ਉਮੀਦ ਨਾ ਰੱਖਣਾ। ਇਹ ਫਾਰਮੂਲਾ ਹੈ ਬੱਚੇ ਦਾ ਏਜ ਆਊਟ ਕਰਨ ਵਾਸਤੇ ਕਿ ਵੀ ਇਹ ਤੁਹਾਡੀ ਬੱਚੇ ਦੀ ਉਮਰ ਚੋਂ ਇੰਨੇ ਸਾਲ ਨਿਕਲ ਗਏ। ਹੁਣ ਪਟੀਸ਼ਨ ਜਮ੍ਹਾਂ ਹੋਈ ਹੈ ਤੁਹਾਡੇ 1 ਸਾਲ ਬਾਅਦ ਤੁਹਾਡੀ ਅਪਰੂਵ ਹੋ ਕੇ ਆ ਗਈ ਹੈ। ਬਹੁਤ ਸਾਰੀਆਂ ਪਟੀਸ਼ਨਾਂ 1 ਸਾਲ ਬਾਅਦ ਅਪਰੂਵ ਹੋ ਜਾਂਦੀਆਂ ਨੇ। ਬੱਚੇ ਦੀ ਉਮਰ ਹੋ ਗਈ 23 ਸਾਲ, ਉਹ ਚੋਂ 1 ਸਾਲ ਨਿਕਲੇਗਾ, ਕਿੰਨਾ ਰਹਿ ਗਿਆ 22 ਸਾਲ। ਉਹ ਬੱਚਾ ਨਹੀਂ ਜਾ ਸਕਦਾ, ਕੋਈ ਕਿਸੇ ਸਿਸਟਮ ਨਾਲ ਵੀ ਨਹੀਂ ਜਾ ਸਕਦਾ, ਜੋ ਮਰਜ਼ੀ ਕਰ ਲਓ। ਅੱਗੇ ਦੱਸਣਾ ਕੁਛ ਟਿਪ ਦੇਣਾ ਤੁਹਾਨੂੰ, ਅੱਗੇ ਰੁਕ ਜਾਓ। ਹੁਣ ਗੱਲ ਆ ਗਈ ਇੱਕ ਬੜੀ ਇੰਪੋਰਟੈਂਟ, ਜਿਹੜੀ 50% ਮੇਰੇ ਕੋਲੋਂ ਕੇਸ ਆਉਂਦੇ ਨੇ। ਕਹਿੰਦੇ ਬੋਬੀ ਭਾਈ ਇਹ ਹੁਣ ਬੱਚੇ ਨੂੰ ਤੁਸੀਂ ਭੇਜਣ ਦਾ ਕਾਨੂੰਨ ਤੇ ਦੱਸ ਰਹੇ ਹੋ ਨਾਲ ਜਾਣ ਦਾ, ਲੇਕਿਨ ਸਾਨੂੰ ਕਿਸ ਨਾਲ ਪਤਾ ਲੱਗੇਗਾ? ਇਹ ਫਾਰਮੂਲਾ ਤੇ ਤੁਸੀਂ ਸਮਝਾਤਾ ਹੈ, ਡੇਟਾ ਨਹੀਂ ਹੈਗੀਆਂ। ਹੁਣ ਉਹਦਾ ਕੀ ਤਰੀਕਾਕਾਰ ਹੁੰਦਾ ਹੈ ਕਿ ਜਦੋਂ ਤੁਹਾਡੀ ਫੈਮਿਲੀ ਜਮ੍ਹਾਂ ਕਰਾ ਦਿੰਦੀ ਹੈ ਨਾ, ਹੁਣ ਇਹ 'ਚ ਲੱਗਦੇ ਨੇ 18 ਸਾਲ, 15 ਸਾਲ, 10 ਸਾਲ, 5 ਸਾਲ। ਕਾਗਜ਼ ਸੰਭਾਲ ਕੇ ਰੱਖਣਾ ਸਭ ਤੋਂ ਮੁਸ਼ਕਿਲ ਕੰਮ ਹੈ। ਤੇ ਤੁਸੀਂ ਕੀ ਕਰਨਾ, ਆਪਣੀਆਂ ਫੈਮਲੀਆਂ ਨੂੰ, ਜਿਹਨਾਂ ਦਾ ਕੇਸ ਹੋ ਗਿਆ ਉਹਨਾਂ ਨੂੰ ਵੀ, ਜਿਹਨਾਂ ਨੇ ਨਵਾਂ ਕਰਨਾ ਉਹਨਾਂ ਨੂੰ ਵੀ ਦੱਸ ਰਿਹਾ, ਆਪਣੀ ਫੈਮਿਲੀ ਜਿਹੜੀ ਅਮਰੀਕਾ ਹੈ ਉਹਨਾਂ ਨੂੰ ਕਹੋ ਕਿ ਪਲੀਜ਼ ਸਾਰੇ ਕਾਗਜ਼ਾਂ ਦੀ ਇੱਕ ਕਾਪੀ ਸਾਨੂੰ ਵੀ ਦੇ ਦਿਓ। ਉਹਦੀ ਵਜ੍ਹਾ ਜਿੰਨਾ ਤੁਸੀਂ ਸੰਭਾਲ ਕੇ ਰੱਖਣਾ ਨਾ, ਉਹ ਕੋਈ ਦੁਨੀਆ ਦਾ ਬੰਦਾ ਸੰਭਾਲ ਕੇ ਨਹੀਂ ਰੱਖ ਸਕਦਾ, ਕਿਉਂਕਿ ਤੁਹਾਡਾ ਕੇਸ ਹੈ, ਤੁਸੀਂ ਅਮਰੀਕਾ ਆਉਣਾ ਹੈ। ਤੇ ਇਸ ਵਾਸਤੇ ਤੁਸੀਂ ਉਸ ਫਾਈਲ ਦੀ ਇੱਕ ਕਾਪੀ ਤੁਹਾਡੇ ਕੋਲ ਹੋਵੇ, ਕਿਉਂਕਿ 50% ਲੋਕ ਮੇਰੇ ਕੋਲ ਆਉਂਦੇ ਨੇ ਜਿਨ੍ਹਾਂ ਕੋਲ ਕੋਈ ਕਾਗਜ਼ ਹੀ ਨਹੀਂ ਹੁੰਦਾ। ਉਹ ਕਹਿੰਦੇ ਜੀ ਅਸੀਂ ਹੁਣ ਕਿੱਥੋਂ ਲੈ ਕੇ ਆਈਏ, ਉਹ ਬਾਜੀ ਕਹਿ ਰਹੇ ਨੇ ਗਵਾਚ ਗਿਆ, ਭੈਣ ਕਹਿ ਰਹੇ ਨੇ ਯਾਰ ਕਿੱਥੇ ਰੱਖਿਆ ਸੀ, ਉਹ ਇਹ ਹੋ ਗਿਆ। ਫਿਰ ਉਹ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ। ਤੇ ਉਹ ਕਾਗਜ਼ ਤੁਹਾਡੇ ਕੋਲ ਹੋਏਗਾ ਨਾ, ਤੇ ਫਿਰ ਤੁਹਾਡੇ ਵਾਸਤੇ ਆਸਾਨ ਹੋ ਜਾਏਗਾ। ਇਹ ਜੇ ਟਿਪ ਜਿਹੜੀ ਮੈਂ ਤੁਹਾਨੂੰ ਦੇਣੀ ਸੀ। ਹੁਣ ਤੁਸੀਂ ਇਹ ਫਾਰਮੂਲਾ ਉਹਦੇ 'ਤੇ ਲਾਗੂ ਕਰ ਲਿਆ। ਹੁਣ ਇਹਦੇ 'ਚ ਇੱਕ ਗੱਲ ਯਾਦ ਰੱਖੋ, ਅਗਰ ਤੁਹਾਡਾ ਫਾਰਮੂਲੇ ਦੇ ਤਹਿਤ ਤੁਹਾਨੂੰ ਤੁਸੀਂ ਲਾਇਆ, ਲੇਕਿਨ ਤੁਹਾਨੂੰ ਇਹ ਸ਼ੱਕ ਹੈ ਔਰ ਤੁਹਾਡਾ ਨਾਮ ਬੱਚੇ ਦਾ NVC 'ਚ ਆ ਜਾਂਦਾ, ਤੁਸੀਂ NVC 'ਚ ਉਹਦੀ ਫੀਸ, ਉਹਦਾ ਸਿਸਟਮ ਜੋ ਵੀ ਹੈ ਉਹ ਕਰਨਾ, ਤੁਸੀਂ ਪੂਰਾ ਉਹਦੇ ਡਾਕੂਮੈਂਟਸ ਭੇਜ ਦੇਣੇ ਨੇ। ਅਗਰ ਉਸ ਬੱਚੇ ਦਾ CSP ਦੇ ਤਹਿਤ ਕਾਨੂੰਨ 'ਚ ਨਾ ਆਉਣਾ ਹੋਇਆ ਤੇ ਉਹ ਤੁਹਾਨੂੰ ਮੈਡੀਕਲ 'ਚ ਪਤਾ ਲੱਗਣਾ ਜੇ ਜਾ ਕੇ। ਮੈਡੀਕਲ ਨਹੀਂ ਆਉਂਦਾ, ਮੈਡੀਕਲ 'ਚ ਕਈ ਲੋਕ ਰਿਕੁਐਸਟ ਕਰਦੇ ਨੇ, ਦੁਬਾਰਾ ਲੈਟਰ ਭੇਜਦੇ ਨੇ, ਫਿਰ ਉਧਰੋਂ ਨਾ ਹੀ ਆਣੀ ਹੈ ਨਾ, ਉਹ ਕਦੀ ਹਾਂ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਕਾਨੂੰਨ ਲਾ ਲਿਆ ਹੁੰਦਾ। ਦੂਸਰੀ ਚੀਜ਼ ਯਾਦ ਰੱਖੋ ਕਿ ਤੁਸੀਂ ਆਪਣਾ ਜਿਹੜੀ ਰਿਕੁਐਸਟ ਹੈ, ਜਿਹੜੀ ਮੈਂ ਅੱਗੇ ਤੁਹਾਨੂੰ ਦੱਸਣ ਲੱਗਾ ਉਹ ਰਿਕੁਐਸਟ ਸਿਰਫ ਵੀਜ਼ਾ ਅਫਸਰ ਨੂੰ ਕਰ ਸਕਦੇ ਹੋ ਆਪਣੇ ਬੱਚੇ ਨੂੰ ਨਾਲ ਲਿਜਾਣ ਦੀ। ਅਗਰ ਉਹ CSP 'ਚੋਂ ਆਊਟ ਹੋ ਗਿਆ, ਹੁਣ ਕੋਈ ਚਾਂਸ ਨਹੀਂ ਗਏ, ਉਹਦੀ ਉਮਰ 21 ਸਾਲ ਤੋਂ ਉੱਤੇ ਹੀ ਰਹੀ ਹੈ ਸਾਰੇ ਮਹੀਨੇ ਸਾਲ ਕੱਢ ਕੇ ਵੀ,
ਤੁਸੀਂ ਕਈ ਲੋਕ ਕੀ ਕਰਦੇ USCIS ਨੂੰ ਭੇਜ ਦਿੰਦੇ ਨੇ, NVC ਨੂੰ ਰਿਕੁਐਸਟ ਭੇਜ ਦਿੰਦੇ ਨੇ, ਉਹ ਕਹਿੰਦਾ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਸਿਰਫ ਜਾ ਕੇ ਉੱਥੇ ਵੀਜ਼ਾ ਅਫਸਰ ਨਾਲ ਗੱਲ ਕਰਨਾ ਜਦੋਂ ਇੰਟਰਵਿਊ ਦੇਣ ਜਾਓਗੇ, ਤੇ ਉਸ ਤੋਂ ਪਹਿਲੇ ਤੁਸੀਂ ਜੋ ਵੀ ਕਾਰਵਾਈ ਕਰਦੇ ਹੋ ਉਹ ਟਾਈਮ ਹੀ ਜ਼ਾਇਆ ਕਰਦੇ ਹੋ, ਉਹਦਾ ਕੋਈ ਫਾਇਦਾ ਨਹੀਂ। ਹੁਣ ਕੌਂਸਲਰ ਕੋ ਤੁਸੀਂ ਪਹੁੰਚ ਗਏ, ਵੀਜ਼ਾ ਅਫਸਰ ਕੋ ਤੁਸੀਂ ਪਹੁੰਚ ਗਏ ਹੋ, ਬੱਚੇ ਦਾ CSP ਚੋਂ ਆਊਟ ਹੋ ਗਿਆ, ਨਾਲ ਇੱਕ ਲੈਟਰ ਲੈ ਕੇ ਜਾਣਾ। ਮੇਰੇ ਕੋਲ ਟਾਈਮ ਨਹੀਂ ਹੁੰਦਾ, ਮੇਰੀ ਗਲਤੀ ਹੈ, ਉਹ ਮੈਂ ਲੈਟਰ ਬਣਾ ਨਹੀਂ ਪਾ ਰਿਹਾ, ਮੈਂ ਬਣਾ ਕੇ ਤੇ ਲਾ ਦਿਆਂਗਾ ਇੱਥੇ। ਉਹ ਲੈਟਰ ਤੁਸੀਂ ਨਾਲ ਲੈ ਕੇ ਜਾਣਾ, ਉਹਦੇ ਵਿੱਚ ਇਹ ਲਿਖਣਾ ਹੈ ਜੋ ਵੀ ਤੁਹਾਡੀ ਸਿਚੁਏਸ਼ਨ ਹੈ, ਬੱਚਾ ਜੀ ਇਕੱਲਾ ਕਿਸ ਤਰ੍ਹਾਂ ਰਹੇਗਾ, ਬੱਚੀ 22 ਸਾਲ ਦੀ ਹੈ, ਸਾਡਾ ਕਲਚਰ ਐਸਾ, ਬੱਚੀ ਨੂੰ ਕਿੱਥੇ ਛੱਡ ਕੇ ਜਾਈਏ, ਜੋ ਵੀ ਤੁਸੀਂ ਲਿਖ ਸਕਦੇ ਹੋ। ਦੇਖੋ ਇਹ ਚਾਂਸ ਹੈ, ਇਹਦੇ ਉੱਤੇ ਉਹ ਮੰਨ ਜਾਏ ਉਹਦੀ ਮਰਜ਼ੀ ਹੈ, ਨਾ ਮੰਨੇ ਉਹਦੀ ਮਰਜ਼ੀ ਹੈ, ਲੇਕਿਨ ਸਾਡਾ ਕੰਮ ਕੀ ਹੈ, ਚਾਂਸ ਲੈਣਾ। ਅਸੀਂ ਇਹ ਚਾਂਸ ਲੈਣਾ ਹਰ ਸੂਰਤ ਦੇ ਵਿੱਚ, ਉਹ ਤੁਸੀਂ ਚਾਂਸ ਲੈਣਾ। ਹੁਣ ਮੇਰੇ ਕੋਲ ਕੇਸ ਐਸੇ ਵੀ ਆ ਰਹੇ ਨੇ ਜਿਹਦੇ ਚੋਂ ਲੈਟਰ ਫੜਦੇ ਹੀ ਨਹੀਂ ਪਏ, ਉਹ ਕਹਿੰਦੇ ਨਹੀਂ ਸਾਨੂੰ ਪਤਾ ਤੁਸੀਂ ਜੋ ਲਿਖਿਆ, ਮੂੰਹ ਕੋਸ਼ਿਸ਼ ਕਰੋ ਕਿ ਲੈਟਰ ਫੜ ਲਿਓ, ਠੀਕ ਹੈ, ਨਹੀਂ ਲੈਟਰ ਫੜਦਾ ਤਾਂ ਮੂੰਹ ਦੱਸੋ, ਉਹਨੂੰ ਆਪਣੀ ਪੂਰੀ ਪ੍ਰੋਬਲਮ ਸਮਝਾਉਣ ਦੀ ਕੋਸ਼ਿਸ਼ ਕਰੋ 1-1.5 ਮਿੰਟ ਦੇ ਵਿੱਚ ਕਿ ਯਾਰ ਬੱਚਾ ਕਿੱਥੇ ਰੱਖ ਕੇ ਜਾਵਾਂਗੇ, ਇਹਦਾ ਬੜਾ ਮਸਲਾ ਹੈ ਸਰ। ਔਰ ਜਿਹੜੀ ਉਹਦੀ ਮੇਨ ਪ੍ਰੋਬਲਮ ਹੈ ਨਾ ਬੱਚਾ ਰੱਖਣ ਦੀ, ਉਹ ਸਭ ਤੋਂ ਪਹਿਲੇ ਦੱਸਣਾ, ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਹਾਡੀ ਪੂਰੀ ਗੱਲ ਸੁਣਨ। ਕੋਈ ਬੜਾ ਅੱਛਾ ਬੰਦਾ ਮਿਲ ਜਾਏ ਜਿਹਦੇ ਕੋਲ ਟਾਈਮ ਹੋਵੇ, ਪੁੱਛ ਸਕਦਾ, ਪੂਰੀ ਗੱਲ ਸੁਣ ਸਕਦਾ, ਲੇਕਿਨ ਮੋਸਟਲੀ ਨਹੀਂ ਸੁਣਦੇ। ਉਹਨੂੰ ਉੱਥੋਂ ਸ਼ੁਰੂ ਕਰਨਾ ਹੈ ਕਿ ਬਈ ਬੱਚੇ ਨੂੰ ਇਹ ਮੈਡੀਕਲ ਪ੍ਰੋਬਲਮ ਹੈ, ਇੱਥੋਂ ਹੈ ਵੇ, ਇਹ ਜੋ ਵੀ ਉਹਦਾ ਮਸਲਾ ਤੁਹਾਡਾ ਹੈਗਾ ਉਹ ਤੁਸੀਂ ਰਿਕੁਐਸਟ ਕਰਨੀ ਹੈ। ਅਗਰ ਮੰਨ ਜਾਏ ਤੇ ਮੈਂ ਕਹਿੰਦਾ ਜ਼ਬਰਦਸਤ, ਫਿਰ ਬੱਚਾ ਨਾਲ ਆ ਜਾਏਗਾ, ਨਹੀਂ ਤੇ ਫਿਰ ਅਗਰ ਉਹਨਾਂ ਨੇ ਨਹੀਂ ਮੰਨਿਆ ਤੇ ਇਹਦਾ ਕੋਈ ਫਿਰ ਹੱਲ ਨਹੀਂ। ਫਿਰ F2L F2A ਫਿਰ F2B ਜੋ ਵੀ ਫਿਰ ਸਿਸਟਮ ਬਾਅਦ 'ਚ ਚੱਲਣਗੇ, ਉਹ ਅਲੱਗ ਗੱਲ ਹੈ। ਲੇਕਿਨ ਤੁਸੀਂ ਇਹ ਵਾਲਾ ਚਾਂਸ ਲੈ ਸਕਦੇ ਹੋ, ਇਹ ਤੁਹਾਡੇ ਕੋਲੋਂ ਇੱਕ ਆਪਸ਼ਨ ਹੈਗੀ ਹੈ ਕਿ ਤੁਸੀਂ ਰਿਕੁਐਸਟ ਪਾ ਦਿਓ। ਅੱਗੋਂ ਮੰਨਣਾ ਨਾ ਮੰਨਣਾ ਉਹਨਾਂ ਦੀ ਗੱਲ ਹੈ, ਇਹ ਹੀ ਸਾਡੇ ਕੋਲੋਂ ਸਾਰਾ ਤਰੀਕਾ ਹੈ, ਇਹ ਫਾਰਮੂਲਾ ਹੈ। ਅਗਰ ਇਹ ਵੀ ਸਮਝ ਨਾ ਆਏ ਤੁਸੀਂ ਫਾਰਮੂਲੇ ਤੇ ਮੇਰੇ ਕੋਲ ਪੁੱਛ ਸਕਦੇ ਹੋ, ਲੇਕਿਨ ਮੇਰੇ ਕੋਲ 2 ਡੇਟਾ ਲੈ ਕੇ ਆਣਾ, ਜਿਸ ਦਿਨ ਪਟੀਸ਼ਨ ਜਮ੍ਹਾਂ ਹੋਈ ਔਰ ਜਿਸ ਦਿਨ ਪਟੀਸ਼ਨ ਅਪਰੂਵ ਹੋਈ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।